ਬੜੀਆਂ ਕੌੜੀਆਂ ਗੱਲਾਂ ਲੱਗਣਗੀਆਂ ਤੁਹਾਨੂੰ ਅੱਜ। ਕਿਹਾ ਜਾਂਦਾ ਹੈ ਵੀ ਸੱਚ ਕੌੜਾ ਹੁੰਦਾ ਹੈ, ਸੱਚ ਕੌੜਾ ਨਹੀਂ ਹੁੰਦਾ, ਸੱਚ ਕੌੜਾ ਲੱਗਦਾ ਹੁੰਦਾ ਹੈ। ਥੋੜੇ ਚਿਰ ਪਹਿਲਾਂ ਹਾਦਸਾ ਹੋਇਆ ਸੀ, ਘਰ ਤੋੜੇ ਗਏ, ਉਦੋਂ ਇੱਥੇ ਤੱਕ ਬੈੱਡ, ਮੰਜੇ, ਬਾਥਰੂਮ, ਟਾਇਲਟਾਂ ਤੇ ਇੱਥੇ ਤੱਕ ਗੁਰੂ ਘਰ ਦਾ ਨਿਸ਼ਾਨ ਸਾਹਿਬ ਵੀ ਨਹੀਂ ਛੱਡਿਆ ਇਹਨਾਂ ਨੇ। ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਸ਼ਾਸਤਰ ਬਣਾਉਂਦੇ ਰਹੇ ਨੇ ਉਹ ਸੂਰਮੇ। ਮੈਂ ਕਹਿੰਦਾ ਸਾਨੂੰ ਇਹ ਜਿਹੀਆਂ ਗੱਲਾਂ ਸੁਣ ਕੇ ਡੁੱਬ ਕੇ ਹੀ ਮਰ ਜਾਣਾ ਚਾਹੀਦਾ ਵੀ ਅਸੀਂ ਉਹਨਾਂ ਦੇ ਬੱਚਿਆਂ ਨੂੰ ਸੰਭਾਲ ਨਹੀਂ ਸਕੇ। ਸਾਨੂੰ ਇਹ ਘਰ ਬਿਨਾਂ ਕਹੇ, ਬਿਨਾਂ ਦੱਸੇ, ਬਿਨਾਂ ਨੋਟਿਸ ਦਿੱਤੇ ਢਾਹ ਜਾਂਦੇ ਆ। ਅਸੀਂ ਬਾਹਰ ਫੇਰੀ ਤੇ ਗਏ ਹੁੰਦੇ ਆ, ਮਜ਼ਦੂਰ ਬੰਦੇ ਆ, ਦਿਹਾੜੀਦਾਰ ਬੰਦੇ ਆ। ਅਸੀਂ ਗੁਰਦੁਆਰਿਆਂ ਦੇ ਵਿੱਚ ਮਾਰਬਲ ਲਾ ਸਕਦੇ ਹਾਂ, ਮਹਿੰਗੀਆਂ ਡੈਕੋਰੇਸ਼ਨ ਕਰ ਸਕਦੇ ਹਾਂ, ਅਸੀਂ ਮਹਿੰਗਾ ਪੱਥਰ ਲਾ ਸਕਦੇ ਹਾਂ, ਸੋਨਾ ਵੀ ਲਾ ਸਕਦੇ ਹਾਂ, ਪਰ ਜਿਹੜੇ ਕੌਮ ਦੇ ਵਾਰਸਾਂ ਨੂੰ ਅਸਲ ਵਿੱਚ ਸੰਭਾਲਣਾ ਸੀ, ਸਾਡੀ ਕੌਮ ਦੀ ਤਰਾਸਦੀ ਇਹ ਰਹੀ ਹੈ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਸਰਕਾਰੀ ਤੌਰ ਦੇ ਉੱਪਰ ਪ੍ਰੂਫ ਨੇ ਇਹਨਾਂ ਕੋਲੇ, ਇੱਥੇ ਰਿਹਾਇਸ਼ੀ ਤੌਰ ਦੇ ਉੱਪਰ ਬਕਾਇਦਾ ਸਰਟੀਫਿਕੇਟ ਨੇ, ਬਕਾਇਦਾ ਬਿਜਲੀ ਦੇ ਬਿੱਲ ਨੇ ਤੇ ਬਕਾਇਦਾ ਜਿਹੜੀਆਂ ਇਹਨਾਂ ਵੱਲੋਂ ਲਿਖੀਆਂ ਗਈਆਂ ਮੈਂਬਰ ਪਾਰਲੀਮੈਂਟ ਨੂੰ ਸ੍ਰੀ ਦਵਿੰਦਰ ਸਿੰਘ ਗਰਚਾ ਉਸ ਵੇਲੇ ਦੀਆਂ ਚਿੱਠੀਆਂ ਵਿਦ ਪ੍ਰੂਫ ਇੱਕ ਚੀਜ਼ਾਂ ਇਹ ਬਜ਼ੁਰਗ ਸੰਭਾਲੀ ਬੈਠੇ ਨੇ। ਅੱਜ ਉਹਨਾਂ ਸਿੱਖ ਵੀਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਜਿਨ੍ਹਾਂ ਨੂੰ ਅਸੀਂ ਸੰਭਾਲ ਨਹੀਂ ਸਕੇ। ਅਸੀਂ ਗੁਰਦੁਆਰਿਆਂ ਦੇ ਵਿੱਚ ਮਾਰਬਲ ਲਾ ਸਕਦੇ ਹਾਂ, ਮਹਿੰਗੀਆਂ ਡੈਕੋਰੇਸ਼ਨ ਕਰ ਸਕਦੇ ਹਾਂ, ਅਸੀਂ ਮਹਿੰਗਾ ਪੱਥਰ ਲਾ ਸਕਦੇ ਹਾਂ, ਸੋਨਾ ਵੀ ਲਾ ਸਕਦੇ ਹਾਂ, ਪਰ ਜਿਹੜੇ ਕੌਮ ਦੇ ਵਾਰਸਾਂ ਨੂੰ ਅਸਲ ਵਿੱਚ ਸੰਭਾਲਣਾ ਸੀ, ਸਾਡੀ ਕੌਮ ਦੀ ਤਰਾਸਦੀ ਇਹ ਰਹੀ ਹੈ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਬੱਚਿਆਂ ਨੂੰ ਪੜ੍ਹਾਉਣਾ ਸਾਡਾ ਫਰਜ਼ ਸੀ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਸੀ ਅਸੀਂ। ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਗੱਲ ਕਰੀਏ, ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਸ਼ਾਸਤਰ ਬਣਾਉਂਦੇ ਰਹੇ ਨੇ ਉਹ ਸੂਰਮੇ। ਮੈਂ ਕਹਿੰਦਾ ਸਾਨੂੰ ਇਹ ਜਿਹੀਆਂ ਗੱਲਾਂ ਸੁਣ ਕੇ ਡੁੱਬ ਕੇ ਹੀ ਮਰ ਜਾਣਾ ਚਾਹੀਦਾ ਵੀ ਅਸੀਂ ਉਹਨਾਂ ਦੇ ਬੱਚਿਆਂ ਨੂੰ ਸੰਭਾਲ ਨਹੀਂ ਸਕੇ। ਮਹਿੰਗੀਆਂ ਗੱਡੀਆਂ ਲੈ ਲਈਆਂ ਨੇ, ਮਹਿੰਗੇ ਲੰਗਰ ਲਾ ਲਏ ਨੇ। ਮੈਂ ਕੋਈ ਲੰਗਰਾਂ ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ, ਪਰ ਹਾਂ ਲੋੜ ਤੋਂ ਵੱਧ ਧੱਕੇ ਦੇ ਨਾਲ ਲੰਗਰ ਛਕਾਏ ਜਾ ਰਹੇ ਨੇ। ਜਿਹੜੀਆਂ ਚੀਜ਼ਾਂ ਕਰਨੀਆਂ ਸੀ ਉਹ ਅਸੀਂ ਨਹੀਂ ਕਰੀਆਂ, ਆਪਣੇ ਫਰਜ਼ ਨਹੀਂ ਨਿਭਾਏ। ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ, ਹਿਰਦੇ ਜਿਹੜੇ ਨੇ ਉਹ ਬਲੂੰਦਰੇ ਜਾਣੇ ਨੇ ਦੇਖ ਕੇ ਉਹਨਾਂ ਤਸਵੀਰਾਂ ਨੂੰ। ਬੱਚਿਆਂ ਨੂੰ ਅਸੀਂ ਉਹਨਾਂ ਦੇ ਨੂੰ ਕਿੰਨਾ ਕੁ ਸੰਭਾਲਿਆ ਹੈ, ਅਸੀਂ ਆਪਣੇ ਫਰਜ਼ ਉਹਨਾਂ ਦੇ ਪ੍ਰਤੀ ਕਿੰਨੇ ਕੁ ਨਿਭਾਏ ਨੇ। ਅੱਜ ਗੁਰਦੁਆਰੇ ਇੱਕ ਪਿੰਡ ਦੇ ਵਿੱਚ 7 ਬਣਾ ਲਏ ਨੇ, ਪਰ ਜਿਹੜੇ ਅਸਲ ਸਾਡੇ ਫਰਜ਼ ਸੀ ਕੀ ਅਸੀਂ ਉਹ ਨਿਭਾਏ ਨੇ ਜ਼ਿੰਦਗੀ ਦੇ ਵਿੱਚ? ਜਿਨ੍ਹਾਂ ਫਰਜ਼ਾਂ ਤੋਂ ਅਸੀਂ ਕੋਹਾਂ ਦੂਰ ਚਲੇ ਗਏ ਹਾਂ। ਉਸ ਜਗ੍ਹਾ ਦੇ ਉੱਪਰ ਖੜੇ ਹਾਂ, ਸਾਹਨੇਵਾਲ ਤੋਂ ਲੁਧਿਆਣਾ ਮੇਨ GT ਰੋਡ ਦੇ ਉੱਪਰ ਢੰਡਾਰੀ ਕਲਾਂ ਪਿੰਡ ਪੈਂਦਾ ਹੈ, ਤੇ ਜਿੱਥੇ 70-80 ਸਾਲ ਤੋਂ ਵਸੇਬਾ ਕੀਤਾ ਹੋਇਆ ਹੈ ਇਹਨਾਂ ਸਿਕਲੀਗਰ ਵੀਰਾਂ ਨੇ। ਫਿਰ ਵੀ ਰੱਬ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ, ਪਰ ਤੰਗੀਆਂ ਆਉਂਦੀਆਂ ਨੇ, ਮੁਸੀਬਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਬਾਰ-ਬਾਰ ਬਲਡੋਜ਼ਰ ਚਲਾਏ ਜਾ ਰਹੇ ਨੇ ਇਹਨਾਂ ਦੇ ਉੱਪਰ। ਕੋਈ ਦੱਸਿਆ ਵੀ ਨਹੀਂ ਜਾਂਦਾ ਵੀ ਹਾਂ ਅਸੀਂ ਤੁਹਾਡੇ ਉੱਪਰ ਬਲਡੋਜ਼ਰ ਚਲਾਉਣੇ ਆ, ਤੁਸੀਂ ਉੱਠ ਕੇ ਚਲੇ ਜਾਓ। ਇੰਨੀਆਂ ਦਿੱਕਤਾਂ, ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਸਮਾਨ ਕਹਿੰਦੇ ਨੇ ਸਾਡੇ ਘਰਾਂ ਦੇ ਵਿੱਚ ਹੀ ਪਿਆ ਰਹਿ ਜਾਂਦਾ, ਤੇ ਜਦੋਂ ਬਲਡੋਜ਼ਰ ਆ ਜਾਂਦਾ ਹੈ, ਜਦੋਂ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਲਬਾਤ ਕਰਦੇ ਆ ਤਾਂ ਸੁਣਨ ਨੂੰ ਮਿਲਦਾ ਹੈ ਵੀ ਸਾਨੂੰ ਤੇ ਪਤਾ ਹੀ ਨਹੀਂ ਕਿਸ ਨੇ ਬਲਡੋਜ਼ਰ ਚਲਾ ਦਿੱਤਾ। ਜਦ ਕਿ ਪੱਕੇ ਤੌਰ ਤੇ ਇੱਥੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ, ਵਿਦ ਪ੍ਰੂਫ ਇਹਨਾਂ ਦੇ ਕੋਲੇ ਵਿਦ ਪ੍ਰੂਫ ਮੌਜੂਦ ਨੇ। ਪਿਓ ਦਾਦਿਆਂ ਦੇ ਲੱਗੇ ਹੋਏ ਅੰਗੂਠੇ ਆਪਾਂ ਦਿਖਾਵਾਂਗੇ ਅੱਜ ਤੁਹਾਨੂੰ, ਉਹ ਫਰਦਾਂ ਦਿਖਾਵਾਂਗੇ ਜਿਹੜੀਆਂ ਇਹਨਾਂ ਦੇ ਨਾਮ ਬੋਲਦੀਆਂ ਨੇ। ਜੁੜੇ ਰਹੋ ਸਾਡੇ ਨਾਲ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ, ਵੀਰਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ। ਬੜੀ ਦੁੱਖ ਦੀ ਗੱਲ ਹੈ, ਜਿਨ੍ਹਾਂ ਨੂੰ ਸੰਭਾਲਣਾ ਸੀ ਉਹਨਾਂ ਨੂੰ ਸੰਭਾਲ ਨਹੀਂ ਸਕੇ। ਆ ਛੋਟੇ ਬੱਚੇ ਖੜੇ ਨੇ, ਸਾਡੀ ਕੌਮ ਨੇ ਇਹਨਾਂ ਨੂੰ ਸਕੂਲੇ ਪੜ੍ਹਨੇ ਪਾਉਣਾ ਸੀ। ਤੁਸੀਂ ਹੈਰਾਨ ਹੋਵੋਗੇ, ਸਾਡੇ ਪਿੰਡਾਂ ਦੇ ਵਿੱਚ ਬੱਚਿਆਂ ਨੇ ਕੇਸ ਕਤਲ ਕਰਵਾਣੇ ਨੇ, ਪਰ ਇਹਨਾਂ ਦੇ ਬੱਚੇ ਤੁਸੀਂ ਅਜੇ ਵੀ ਦੇਖ ਸਕਦੇ ਹੋ ਗਰੀਬੀ ਦਾਅਵੇ ਦੇ ਵਿੱਚ ਰਹਿੰਦੇ ਹੋਏ, ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਪਰ ਅੱਜ ਵੀ ਸਿੱਖੀ ਦੇ ਨਾਲ ਜੁੜੇ ਹੋਏ ਨੇ। ਤਾਂ ਕਰਕੇ ਜੁੜੇ ਹੋਏ ਨੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਇਹ ਸਿੱਖੀ ਨੂੰ ਸੰਭਾਲੀ ਬੈਠੇ ਨੇ। ਬੜੀਆਂ ਕੌੜੀਆਂ ਗੱਲਾਂ ਲੱਗਣਗੀਆਂ ਤੁਹਾਨੂੰ ਅੱਜ। ਕਿਹਾ ਜਾਂਦਾ ਹੈ ਵੀ ਸੱਚ ਕੌੜਾ ਹੁੰਦਾ ਹੈ, ਸੱਚ ਕੌੜਾ ਨਹੀਂ ਹੁੰਦਾ, ਸੱਚ ਕੌੜਾ ਲੱਗਦਾ ਹੁੰਦਾ ਹੈ। ਵੀਰਾਂ ਨਾਲ ਗੱਲਬਾਤ ਕਰਦੇ ਹਾਂ, ਬੜੇ ਦੁਖੀ ਮਨ ਦੇ ਨਾਲ ਇੱਥੇ ਪਹੁੰਚੇ ਹਾਂ, ਸੰਪਰਕ ਕੀਤਾ ਵੀਰਾਂ ਨੇ ਸਾਡੇ ਨਾਲ, ਬਜ਼ੁਰਗ ਸਾਡੇ ਨਾਲ ਨੇ। ਬਜ਼ੁਰਗੋ ਕੀ ਪਰੇਸ਼ਾਨੀ ਹੈ? ਸਾਨੂੰ ਪਰੇਸ਼ਾਨੀ ਇਹ ਹੈ ਜੀ, ਜਦੋਂ ਬਲਡੋਜ਼ਰ ਆਉਂਦਾ ਜੀ ਉਹ ਇਹ ਸਾਡਾ ਨਾ ਤਾਂ ਕੋਈ ਸਮਾਨ ਕੱਢਣ ਦਿੰਦੇ ਸਾਨੂੰ, ਗੁਰੂ ਘਰ ਆ ਬੱਚੇ ਤੱਕ ਵੀ ਕਹਿ ਦਿੰਦੇ ਵੀ ਬਲਡੋਜ਼ਰ ਫੇਰ ਦਿਓ, ਇੱਕ ਵਾਰੀ ਸਾਫ਼ ਕਰ ਦਿਓ।
ਬਸ ਸਾਫ਼ ਕਰਕੇ ਚਲੇ ਜਾਂਦੇ ਆ ਜੀ। ਨਾ ਕੋਈ ਸਾਡੀ ਸੁਣਦਾ। ਜਦੋਂ ਵੋਟਾਂ ਦਾ ਟਾਈਮ ਆ ਜਾਂਦਾ ਉਦੋਂ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਵੋਟਾਂ ਲੈ ਜਾਂਦੇ ਆ। ਇਸ ਕੀ ਤੁਹਾਡਾ ਜੀ ਕਰ ਦਾਂਗੇ। ਕਿੰਨੀ ਵਾਰ ਚੱਲ ਗਿਆ ਬਲਡੋਜ਼ਰ ਇੱਥੇ? 7ਵੀਂ ਵਾਰ ਜੀ। 7 ਵਾਰ ਬਲਡੋਜ਼ਰ ਚੱਲ ਚੁੱਕਿਆ ਤੁਹਾਡੇ ਇੱਥੇ। ਵੋਟਾਂ ਲੈਣ ਦੇ ਲਈ ਆਉਂਦੇ ਨੇ, ਕੀ ਕਹਿੰਦੇ ਨੇ ਆ ਕੇ? ਮਿੱਠੀਆਂ ਗੋਲੀਆਂ ਕਿਹੜੀਆਂ ਨੇ? ਹਾਂਜੀ ਇਹ ਕਹਿੰਦੇ ਛੱਡੋ ਇਸ ਕੀ ਥਾਂ ਤੁਹਾਡੇ ਨਾਮੇ ਲਾ ਜਾਾਂਗੇ, ਇਹ ਵੀ ਤੁਹਾਡੇ ਇੱਥੇ ਪੱਕੇ ਮਕਾਨ ਬਣਾ ਜਾਾਂਗੇ। ਇਹ ਕਹਿ ਕੇ ਚੱਲ ਜਾਂਦੇ ਜੀ। 5 ਸਾਲ ਤੋਂ ਬਾਅਦ ਫਿਰ ਕੋਈ ਨਹੀਂ ਆਉਂਦਾ ਇੱਥੇ। ਆਹ ਦੇਖ ਲਓ, ਰਾਜਨੀਤਿਕ ਲੋਕਾਂ ਦੀਆਂ ਇਹ ਮਿੱਠੀਆਂ ਗੋਲੀਆਂ ਨੇ ਜੀ। ਆਮ ਪਿੰਡਾਂ ਦੇ ਵਿੱਚ ਤਾਂ ਦਿੰਦੇ ਸੁਣੇ ਸੀ, ਪਰ ਇੱਥੇ ਤੁਹਾਡੇ ਪੱਕੇ ਮਕਾਨ ਬਣਾ ਦਾਂਗੇ, ਤੁਹਾਡੀ ਜਿਹੜੀ ਇਹ ਜ਼ਮੀਨ ਹੈ ਜਿੱਥੇ ਤੁਸੀਂ ਰਹਿੰਦੇ ਹੋ, ਤੁਹਾਡਾ ਇਹ ਕਬਜ਼ਾ ਹੈ, ਇਹਦੀਆਂ ਰਜਿਸਟਰੀਆਂ ਤੁਹਾਡੇ ਨਾਂ ਕਰਵਾ ਦਾਂਗੇ। ਇਹ ਮਿੱਠੀਆਂ ਗੋਲੀਆਂ ਨੇ। ਹੋਰ ਬਜ਼ੁਰਗ ਸਾਡੇ ਨਾਲ ਨੇ। ਬਜ਼ੁਰਗੋ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਉਮਰ ਹੋ ਚੱਲੀ ਜੀ 65-70 ਦੇ ਲਗਭਗ ਹੋ ਚੱਲੀ ਜੀ। ਮੈਂ ਜਨਤਾ ਜਿਹੜੇ ਮੇਰੇ ਵੀਰ ਸੁਣਾਂਗੇ ਉਹਨਾਂ ਅੱਗੇ ਬੇਨਤੀ ਕਰਨਾ, ਇੱਥੇ ਜਨਮ ਮੇਰਾ ਇੱਥੇ ਦਾ ਹੀ ਹੋਇਆ। ਜਿਹੜੇ ਸਾਡੇ ਘਰ ਇਹ ਢਹਿ ਆ ਇਹ ਸੰਨ 2001 ਚ ਪਹਿਲੀ ਵਾਰ ਢਹਿ ਸੀ। ਉਸ ਤੋਂ ਪਹਿਲਾਂ ਪੰਚਾਇਤੀ ਜਗ੍ਹਾ ਸੀ। ਇਹ ਸਾਨੂੰ ਸ਼ਮਸ਼ੇਰ ਸਿੰਘ ਗਰਚੇ ਨੇ ਜਗ੍ਹਾ ਰਹਿਣ ਖਾਤਰ ਦਿੱਤੀ ਹੋਈ ਸੀ। ਜਿਹੜੇ ਕਿ ਸਾਡੇ ਇੱਥੇ 5-6 ਪੀੜ੍ਹੀਆਂ ਇੱਥੇ ਗੁਜ਼ਰ ਚੁੱਕੀਆਂ ਨੇ। ਗਾਹਾਂ ਤੋਂ ਗਾਹਾਂ ਜੀ ਇੱਥੇ ਆਉਂਦੇ ਆ। ਹਰ 3-4 ਸਾਲ ਬਾਅਦ ਸਾਨੂੰ ਇਹ ਘਰ ਬਿਨਾਂ ਕਹੇ, ਬਿਨਾਂ ਦੱਸੇ, ਬਿਨਾਂ ਨੋਟਿਸ ਦਿੱਤੇ ਢਾਹ ਜਾਂਦੇ ਆ। ਅਸੀਂ ਬਾਹਰ ਫੇਰੀ ਤੇ ਗਏ ਹੁੰਦੇ ਆ, ਮਜ਼ਦੂਰ ਬੰਦੇ ਆ, ਦਿਹਾੜੀਦਾਰ ਬੰਦੇ ਆ। ਅਸੀਂ ਬਾਹਰ ਸਾਈਕਲਾਂ ਦੇ ਫਿਰ ਕੇ ਕੈਂਚੀ, ਚਾਕੂ, ਚਾਬੀਆਂ, ਤਾਲੇ ਅਸੀਂ ਠੀਕ ਕਰਦੇ ਆ। ਅਸੀਂ ਘਰ ਬਾਹਰ ਗਏ ਹੁੰਦੇ ਆ, ਪਿੱਛੇ ਆ ਕੇ ਢਾਹ ਕੇ ਚਲੇ ਜਾਂਦੇ ਆ। ਜਿਹੜੇ ਅਫਸਰ ਆ ਉਹ ਆਉਂਦੇ ਆ, ਉਹ ਕਹਿ ਜਾਂਦੇ ਆ ਕੋਈ ਨਹੀਂ ਐਤਕੀ ਢਾਹ ਕੇ, ਐਤਕੀ ਸਾਨੂੰ ਜਿਤਾਓ ਤੇ ਅਗਲੀ ਵਾਰ ਤੁਹਾਨੂੰ ਇੱਥੇ ਪੱਕੇ ਪਲਾਟ ਕੱਟ ਕੇ ਦਾਂਗੇ, ਮਕਾਨ ਬਣਾ ਕੇ ਦਾਂਗੇ। ਪਰ ਅਜੇ ਤਾਈਂ ਕੋਈ ਬਣਾ ਕੇ ਨਹੀਂ ਦਿੱਤਾ। ਸਾਡੀ 2022 ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਦੁਬਾਰਾ ਫੇਰ ਆ ਰਹੀਆਂ ਨੇ, ਉਹ ਮਿੱਠੀਆਂ ਗੋਲੀਆਂ ਜਿਵੇਂ ਬਾਪੂ ਜੀ ਨੇ ਕਿਹਾ ਹੁਣ ਦੁਬਾਰਾ ਫੇਰ ਦੇਣ ਲਈ ਆਉਣਗੇ। ਫੇਰ ਆਉਣਗੇ ਜੀ। ਉਹ ਆਉਂਦੇ ਆ। ਵੋਟਾਂ ਸਾਡੀ ਸਾਰਿਆਂ ਦੀ ਬਣੀਆਂ ਹੋਈਆਂ ਨੇ। ਇੱਥੇ ਜਿੰਨੇ ਵੀ ਹੈਗੇ ਆ ਰਾਸ਼ਨ ਕਾਰਡ ਹੈਗੇ ਆ, ਪਰ ਇੱਥੇ ਕੋਈ ਸਾਨੂੰ ਕੋਈ ਮੀਟਰ ਸੀ ਪਹਿਲਾਂ ਲੱਗੇ ਹੋਏ, ਉਹ ਵੀ ਢਹਿ ਕਰ ਗਏ। ਕੋਈ ਨਾਲੀ ਨਹੀਂ, ਪਾਣੀ ਨਹੀਂ। ਇੱਥੇ ਕੋਈ ਵਿਚਾਰੇ ਸਿੱਖ ਮਸ਼ੀਨਰੀ ਵਾਲੇ ਆਏ ਸੀ, ਉਹ ਸਾਨੂੰ ਪ੍ਰਿੰਸੀਪਲ ਟਿਊਬਵੈੱਲ ਲਵਾ ਕੇ ਜੋ ਪਾਣੀ ਦਾ ਮਸਲਾ ਹੱਲ ਹੋ ਰਿਹਾ। ਆ ਕੇ ਸਾਡੀ ਹਾਲਤ ਹਰੇਕ ਬੰਦਾ ਦੇਖ ਸਕਦਾ। ਔਰ ਪਟਵਾਰਖਾਨੇ ਜਾਓ ਤਾਂ ਸਾਡੇ ਦਾਦੇ ਪੜਦਾਦਿਆਂ ਦਾ ਇਹਨਾਂ 'ਚ ਨਾਂ ਆ ਜੀ ਸਾਡਾ ਪਟਵਾਰਖਾਨੇ। ਬਾਕੀ ਇਹ ਸਾਡੇ ਸਬੂਤ ਆ ਜੀ, ਬਕਾਇਦਾ ਸਬੂਤ ਨੇ ਬਜ਼ੁਰਗਾਂ ਦੇ ਕੋਲੇ, ਬਕਾਇਦਾ ਸਬੂਤ ਨੇ। ਸੰਨ 76 ਵੇਲੇ ਦੀ ਇਹ ਫਰਦ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਗਰਦਾਵਰੀ। ਇਹਦੇ ਉੱਪਰ ਬਕਾਇਦਾ ਲਿਖਿਆ ਹੋਇਆ ਗਰਦਾਵਰੀ, ਜਿਹਨੂੰ ਆਪਾਂ ਗਦਾਵਰੀ ਵੀ ਕਹਿ ਦਿੰਦੇ ਆ। ਆ ਬਕਾਇਦਾ ਉਰਦੂ ਦੇ ਵਿੱਚ ਸ਼ਾਇਦ ਲਿਖਿਆ ਬਾਪੂ ਜੀ 6553 ਵਿਦ ਪ੍ਰੂਫ। ਇਹ ਵਿਦ ਪ੍ਰੂਫ ਨੇ ਇਹਨਾਂ ਦੇ ਕੋਲੇ। 1 ਰੁਪਏ ਦੀ ਬਕਾਇਦਾ ਉੱਪਰ ਜਿਹੜੀ ਹੈਗੀ ਆ ਸਟੈਂਪ ਲੱਗੀ ਹੋਈ ਹੈ ਤੇ ਬਕਾਇਦਾ ਵਿਦ ਪ੍ਰੂਫ। ਦੁਬਾਰਾ ਗੱਲ ਦੁਹਰਾਦੇ ਹਾਂ, 6553 ਦੇ ਵਿੱਚ ਇਹ ਕਹਿੰਦੇ ਸਾਨੂੰ ਬਕਾਇਦਾ ਪੰਚਾਇਤ ਦੇ ਵੱਲੋਂ ਲਿਖ ਕੇ ਦਿੱਤਾ ਗਿਆ ਹੈ ਵੀ ਤੁਸੀਂ ਪੱਕੇ ਤੌਰ ਤੇ ਇੱਥੇ ਰਹਿ ਸਕਦੇ ਹੋ। 53 ਸੰਨ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਬਕਾਇਦਾ ਇੱਥੇ ਕਬਜ਼ਾ ਹੈਗਾ, ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਤੰਗ ਕੀਤਾ ਜਾਂਦਾ ਹੈ। ਤੁਹਾਨੂੰ ਦਿਖਾਉਂਦੇ ਆ ਇਹਨਾਂ ਦੇ ਬਕਾਇਦਾ ਪ੍ਰੂਫ ਵਿਦ ਪ੍ਰੂਫ। ਸਰਕਾਰੀ ਤੌਰ ਦੇ ਉੱਪਰ ਪ੍ਰੂਫ ਨੇ ਇਹਨਾਂ ਕੋਲੇ। ਇੱਥੇ ਰਿਹਾਇਸ਼ੀ ਤੌਰ ਦੇ ਉੱਪਰ ਬਕਾਇਦਾ ਸਰਟੀਫਿਕੇਟ ਨੇ, ਬਕਾਇਦਾ ਬਿਜਲੀ ਦੇ ਬਿੱਲ ਨੇ ਤੇ ਬਕਾਇਦਾ ਜਿਹੜੀਆਂ ਇਹਨਾਂ ਵੱਲੋਂ ਲਿਖੀਆਂ ਗਈਆਂ ਮੈਂਬਰ ਪਾਰਲੀਮੈਂਟ ਨੂੰ ਸ੍ਰੀ ਦਵਿੰਦਰ ਸਿੰਘ ਗਰਚਾ ਉਸ ਵੇਲੇ ਦੀਆਂ ਚਿੱਠੀਆਂ ਵਿਦ ਪ੍ਰੂਫ। ਇੱਕ ਚੀਜ਼ਾਂ ਇਹ ਬਜ਼ੁਰਗ ਸੰਭਾਲੀ ਬੈਠੇ ਨੇ। ਫਿਰ ਵੀ ਕਿਉਂ ਦਿੱਕਤ ਪਰੇਸ਼ਾਨੀ ਕਿਉਂ ਹੈ? ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਇਹ ਗੱਲ ਮੰਨ ਲੈਂਦੇ ਹਾਂ ਵੀ ਸਾਹਨੇਵਾਲ ਤੋਂ ਲੁਧਿਆਣਾ ਮੇਨ GT ਰੋਡ ਹੈ। ਅੱਜ ਉਹਨਾਂ ਨੂੰ ਲੱਗਦਾ ਹੈ ਵੀ ਕਰੋੜਾਂ ਦੀ ਜਗ੍ਹਾ ਹੈ ਤੇ ਇੱਥੇ ਕਬਜ਼ਾ ਕਰ ਲਈਏ। ਪਰ ਜੇ ਕਬਜ਼ਾ ਕਰਨਾ ਵੀ ਹੈ ਕਿਸੇ ਚੀਜ਼ ਦੇ ਉੱਪਰ ਤਾਂ ਕਿਸ ਆਧਾਰ ਤੇ ਤੁਸੀਂ ਕਬਜ਼ਾ ਕਰ ਸਕਦੇ ਹੋ? ਕਿਵੇਂ ਤੁਸੀਂ ਇਹ ਧੱਕਾ ਕਰ ਸਕਦੇ ਹੋ ਕਿਸੇ ਦੇ ਨਾਲ ਜਿਨ੍ਹਾਂ ਦੇ ਕੋਲੇ ਬਕਾਇਦਾ ਪ੍ਰੂਫ ਹੋਣ? ਪੰਚਾਇਤ ਨੇ ਬਕਾਇਦਾ ਪੱਕੇ ਤੌਰ ਤੇ ਇਹਨਾਂ ਨੂੰ ਇੱਥੇ ਬਿਠਾਇਆ ਹੋਵੇ, ਮੀਟਰ ਇਹਨਾਂ ਦੇ ਨਾਂ ਬੋਲਦੇ ਹੋਣ, ਬਕਾਇਦਾ ਤੌਰ ਦੇ ਉੱਪਰ ਰਹਿائش ਇਹਨਾਂ ਦਾ ਇੱਥੇ ਹੋਵੇ। ਥੋੜੀ ਬਹੁਤ ਵਿਚਾਰਿਆਂ ਨੇ ਜਿੰਨੀ ਕਿ ਵੀ ਬਣਾਈ ਹੈ। ਮਿਠਨ ਸਿੰਘ ਜੀ ਸਾਡੇ ਨਾਲ ਨੇ। ਪ੍ਰਧਾਨ ਸਾਹਿਬ ਹੋਰ ਕਿਹੜੀਆਂ ਪਰੇਸ਼ਾਨੀਆਂ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰੇਸ਼ਾਨੀਆਂ ਦੀ ਗੱਲ ਕਰੀਏ, ਪਰੇਸ਼ਾਨੀ ਇੱਕ ਵਾਰੀ ਨਹੀਂ ਭਾਜੀ, ਇੱਥੇ ਬਹੁਤ ਵਾਰੀ ਆਈ ਆ। ਜਦੋਂ ਘਰ ਟੁੱਟ ਜਾਂਦੇ ਆ ਤਾਂ ਤੁਸੀਂ ਇਹ ਦੇਖੋ ਇੰਨੇ ਕੁ ਮਾੜੇ ਉਰੇ ਹਾਲਾਤ ਹੋ ਜਾਂਦੇ ਨੇ। ਤੇ ਜਿਹੜੀ ਜੇਬ ਦੀ ਕੁੰਜੀ ਦੀ ਕਮਾਈ ਹੋਈ, ਕਿਰਤ ਕਮਾਈ ਦੇ ਹਿੱਸੇ ਦੀਆਂ 4 ਇੱਟਾਂ ਵੀ ਲਾਈਆਂ ਹੁੰਦੀਆਂ ਨੇ, ਉਹ ਘਰ ਟੁੱਟ ਕੇ ਤਹਿਸ ਨਹਿਸ ਕਰ ਜਾਂਦੇ ਨੇ। ਹੁਣ ਜਿਵੇਂ ਵੀਰ ਜੀ ਨੇ ਦੱਸਿਆ ਸਿੱਖ ਮਸ਼ੀਨਰੀ ਵਾਲੇ, ਹੁਣ ਆ ਥੋੜ੍ਹੇ ਕੁ ਚਿਰ ਪਹਿਲਾਂ ਹਾਦਸਾ ਹੋਇਆ ਸੀ, ਘਰ ਤੋੜੇ ਗਏ। ਉਦੋਂ ਇੱਥੇ ਤੱਕ ਬੈੱਡ, ਮੰਜੇ, ਬਾਥਰੂਮ, ਟੋਇਲਟਾਂ ਤੇ ਇੱਥੇ ਤੱਕ ਗੁਰੂ ਘਰ ਦਾ ਨਿਸ਼ਾਨ ਸਾਹਿਬ ਵੀ ਨਹੀਂ ਛੱਡਿਆ ਇਹਨਾਂ ਨੇ। ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ
ਤਾਂ ਜਦੋਂ ਪਰਿਵਾਰ ਨੇ ਦੇਖਿਆ ਵੀ ਇਹ ਤਾਂ ਸਾਡਾ ਉਹ ਨਿਸ਼ਾਨ ਆ ਜਿਹੜਾ ਝੂਲਦਾ ਰਹਿੰਦਾ, ਤਾਂ ਇਹਨਾਂ ਨੇ ਇੱਟ ਪੱਥਰ ਲੈ ਕੇ ਉਹ ਮਸ਼ੀਨਾਂ ਵਾਲੇ ਭਜਾਏ। ਜਦੋਂ ਉਹ ਤੋਂ ਬਾਅਦ ਛੋਟੇ ਮੁਲਾਜ਼ਮ ਤੋਂ ਲੈ ਕੇ ਅਫਸਰ ਤੱਕ ਗਏ ਆ ਤਾਂ ਉਹ ਕਹਿੰਦੇ ਅਸੀਂ ਤਾਂ ਬੰਦੇ ਹੀ ਨਹੀਂ ਭੇਜੇ। ਅੱਛਾ, ਕਿਉਂਕਿ ਉਹ ਇਸ ਕਰਕੇ ਝੂਠੇ ਪੈ ਜਾਂਦੇ ਨੇ। ਆ ਸਾਡੇ ਕੋਲੇ ਜਿਹੜੇ ਇੰਨੇ ਪੁਰਾਣੇ ਪ੍ਰੂਫ ਨੇ ਨਾ, ਇਸ ਚੀਜ਼ ਤੋਂ ਡਰਦੇ ਆ। ਉਹਨਾਂ ਕੋਲ ਜਵਾਬਦਾਰੀ ਨਹੀਂ ਹੈਗੀ। ਜਵਾਬਦਾਰੀ ਦੇ ਮੈਂ ਚਲੋ ਇਹ ਤਾਂ ਗੱਲਾਂ ਧੱਕੇ ਦੀਆਂ ਨੇ। ਹੁਣ ਅੱਗੇ ਬਰਸਾਤਾਂ ਆ ਰਹੀਆਂ ਨੇ, ਤੁਸੀਂ ਦੇਖਿਆ ਟਿੰਡਾਂ ਦੇ ਕੀ ਹਾਲ ਨੇ। ਸਕੂਲਾਂ ਦੇ ਵਿੱਚ ਅਸੀਂ ਬੱਚੇ ਕਿੱਦਾਂ ਪੜ੍ਹਾ ਦਈਏ, ਕਿਉਂਕਿ ਜੇ ਬੱਚਿਆਂ ਨੂੰ ਐਜੂਕੇਸ਼ਨ ਲਈ ਤਾਂ ਪੜ੍ਹਾਵਾਂਗੇ ਜੇ ਅਸੀਂ ਆਪ ਸਟੈਂਡ ਹੋਵਾਂਗੇ। ਇੱਥੇ ਆਪ ਸਟੈਂਡ ਹੋਣ ਜੋਗੇ ਤਾਂ ਸਾਨੂੰ ਛੱਡਦੇ ਨਹੀਂ। ਹੁਣ ਜੇ ਸਰਕਾਰਾਂ ਕੰਨੀ ਦੇਖੀਏ, ਲੋਕਡਾਊਨ ਲਾਇਆ ਹੋਇਆ, ਫੇਰੀ ਲਾਉਣ ਦਾ ਕੰਮ ਬੰਦ ਹੋਇਆ ਹੋਇਆ, ਜਿਹੜੀ ਫੜੀਆਂ ਲਾਉਂਦੇ ਸੀ ਉਹ ਬੰਦ ਹੋਈਆਂ ਨੇ, ਤੇ ਜਿਹਨੂੰ ਪਿਛਲੇ ਸਾਲ ਦੀ ਮਾਰ ਹਲੀ ਝੱਲ ਨਹੀਂ ਪਾਏ ਸੀ, ਹੁਣ ਦੁਬਾਰਾ ਫੇਰ ਉਹੀ ਸਟਾਰਟ ਹੋ ਗਿਆ ਕੰਮ। ਤੇ ਇੱਥੇ ਦੇ ਜਿਹੜੇ ਸਾਲੇ ਇੰਨੇ ਪ੍ਰੂਫ ਸਾਡੇ ਕੋਲੇ ਪੁਰਾਣੇ ਤੋਂ ਪੁਰਾਣਾ ਹੁੰਦੇ ਹੋਏ ਵੀ ਇਹ ਧੱਕਾ ਹੁੰਦਾ, ਤਾਂ ਇਹਦਾ ਅਸੀਂ ਕੀ ਸੋਚੀਏ ਵੀ ਸਰਕਾਰ ਵਿੱਚ ਰਲੀ ਹੋਈ ਆ ਕਿ ਪ੍ਰਸ਼ਾਸਨ ਰਲਿਆ ਹੋਇਆ। ਮੇਰੇ ਖਿਆਲ ਨਾਲ ਤਾਂ ਜਿਹੜੀ ਇਹ ਕਰੋੜਾਂ ਦੀ ਪ੍ਰਾਪਰਟੀ ਆ ਨਾ, ਇਹ ਤੇ ਉਹਨਾਂ ਨੇ ਨਿਗਾਹ ਰੱਖੀ ਹੋਈ ਆ। ਕਰਨ ਚਾਹ ਤਾਂ ਪ੍ਰਸ਼ਾਸਨ ਤੇ ਸਰਕਾਰ ਮਿੰਟ 'ਚ ਕਰ ਸਕਦੀ ਆ। ਹੁਣ ਪਿੱਛੇ ਜੇ ਮੈਂ ਪੰਜਾਬ ਸਰਕਾਰ ਦੇ ਵਿੱਚ ਇੱਕ ਬਿਆਨ ਸੁਣਿਆ ਸੀ, ਉਹ ਕਹਿੰਦੇ ਸੀ ਵੀ ਜਿਹੜਾ 25 ਤੋਂ 30 ਸਾਲ ਪੁਰਾਣਾ ਪ੍ਰੂਫ ਆ ਉਹ ਜਗ੍ਹਾ ਉਹਨਾਂ ਦੀ ਆ, ਲਿਖਤ ਤੌਰ ਤੋਂ ਪੱਕੀਆਂ, ਬਈ ਕਬਜ਼ਾ ਹੋਵੇ ਉਸ ਜਗ੍ਹਾ ਦੇ ਉੱਪਰ। ਉਸ ਜਗ੍ਹਾ ਤੇ ਕਬਜ਼ਾ ਹੋਵੇ। ਇੱਥੇ ਲਗਭਗ ਸਾਡੀਆਂ 5 ਤੋਂ 6 ਪੀੜ੍ਹੀਆਂ ਨਿਕਲ ਚੁੱਕੀਆਂ ਨੇ। ਫਿਰ ਸਾਡਾ ਕਬਜ਼ਾ ਕੀ, ਸਾਡੇ ਤਾਂ ਨਾਂ ਤੇ ਆਪ ਦੀਆਂ ਜ਼ਮੀਨਾਂ ਨੇ। ਫਿਰ ਇਹ ਕਿਹੜਾ ਧੱਕਾ ਹੁੰਦਾ, ਕਿਹੜੇ ਬਲਡੋਜ਼ਰ ਲੈ ਕੇ ਆਉਂਦੇ ਨੇ ਲੋਕ? ਕਿ ਇੱਥੇ ਦੇ ਜਿਹੜੇ MLA ਨੇ, ਕੌਂਸਲਰ ਨੇ, ਇੱਥੇ ਦੇ ਜਿਹੜੇ ਆਪਣੇ ਮੇਅਰ ਨੇ, ਕੀ ਇਹ ਸਾਨੂੰ ਜਾਣਕਾਰੀ ਨਹੀਂ ਦੱਸ ਸਕਦੇ? ਇੱਕ ਵਾਰੀ ਬਲਡੋਜ਼ਰ ਫਿਰ ਜੂਗਾ ਤਾਂ ਵੋਟਾਂ ਤਾਂ 5 ਸਾਲ ਬਾਅਦ ਆਉਂਦੀਆਂ ਹੀ ਆਉਂਦੀਆਂ ਨੇ। ਤੇ ਜਿਵੇਂ ਵੱਡੇ ਵੀਰ ਜੀ ਨੇ ਦੱਸਿਆ ਵੀ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਆ, ਤੇ ਇਤਕੀ ਤਾਂ ਸਾਨੂੰ ਸ਼ੂਗਰ ਹੋ ਗਿਆ। ਜੇ ਸ਼ੂਗਰ ਹੋਇਆ ਤਾਂ ਰਿਜ਼ਲਟ ਮਾੜਾ ਨਿਕਲਣਾ। ਅਸੀਂ ਬੇਨਤੀ ਕਰਦੇ ਹਾਂ, ਜਿਹੜੇ ਤੇ ਇੱਥੇ ਹਲਕੇ ਦੇ MLA ਸਾਹਿਬ ਨੇ, ਉਹ ਅਕਾਲੀ ਦਲ ਤੋਂ ਨੇ, ਢਿੱਲੋਂ ਸਾਹਿਬ, ਉਹ ਇੱਥੇ ਆ ਕੇ ਇਸ ਪਰਿਵਾਰਾਂ ਦੀ ਸਾਰ ਲੈ ਕੇ ਤੇ ਇਹਦੀ ਜਿਹੜੀ ਮਿਣਤੀ ਕਰਕੇ ਇਹਦੀਆਂ ਪ੍ਰੋਪਰ ਗਲੀਆਂ ਕੱਢ ਕੇ ਇਹਨੂੰ ਕਲੋਨੀ ਦਾ ਨਕਸ਼ਾ ਦੇ ਕੇ ਇਹਨੂੰ ਤਿਆਰ ਕਰਾਉਣ। ਜੇ ਉਹ ਨਹੀਂ ਕਰਾਉਂਦੇ ਤਾਂ ਉਹਦਾ ਰਿਜ਼ਲਟ ਮਾੜਾ ਹੀ ਆਊਗਾ। ਤੇ ਜੇ ਆਪਾਂ ਮਿਠਨ ਸਿੰਘ ਜੀ SGPC ਦੀ ਗੱਲ ਕਰਦੇ ਹਾਂ, SGPC ਦੇ ਵੱਲੋਂ ਬਕਾਇਦਾ ਜਿਹੜਾ ਹੈਗਾ ਬਜਟ ਹੈਗਾ ਉਹ ਪੇਸ਼ ਕੀਤਾ ਜਾਂਦਾ ਹੈ, ਤੇ ਉਸ ਬਜਟ ਦੇ ਵਿੱਚ ਸਿਕਲੀਗਰ ਪਰਿਵਾਰਾਂ ਦੀ ਰਿਹਾਇਸ਼ ਦੇ ਲਈ, ਉਹਨਾਂ ਦੇ ਖਾਣੇ ਲਈ, ਉਹਨਾਂ ਦੀ ਸੇਵਾ ਸੰਭਾਲ ਦੇ ਲਈ, ਉਹਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਵੀ ਬਜਟ ਹੋਏਗਾ ਨਾ। ਦੇਖੋ, ਮੈਂ ਤਾਂ MLA ਸਾਹਿਬ ਨੂੰ ਸਤਿਕਾਰ ਤੌਰ ਤੇ ਇੱਕ ਬੇਨਤੀ ਕਰਦਾ, ਉਹ ਇੱਕ ਚੀਜ਼ ਭੁੱਲ ਗਏ ਨੇ। ਉਹ ਇਹ ਭੁੱਲ ਗਏ ਨੇ, ਅਕਾਲੀ ਦਲ ਤੇ SGPC ਦਾ ਮਾਂ ਪੁੱਤ ਦਾ ਰਿਸ਼ਤਾ ਦੱਸਿਆ ਗਿਆ। ਇਹ ਸ਼ੁੱਧ ਆਪਣੇ ਅਕਾਲ ਸਾਹਿਬ ਤੋਂ ਜਥੇਦਾਰ ਜੀ ਨੇ ਦੱਸਿਆ, ਹਰਪ੍ਰੀਤ ਸਿੰਘ ਜੀ ਨੇ। ਜੇ ਉਹਨਾਂ ਨੂੰ ਪਤਾ ਮਾਂ ਪੁੱਤ ਦਾ ਰਿਸ਼ਤਾ ਤੇ ਸਾਡਾ ਬਚਤ 14.5 ਕਰੋੜ ਰੁਪਏ ਉੱਥੇ ਫੰਡ ਨਿਕਲਦਾ, ਤਾਂ ਮੇਰੇ ਖਿਆਲ ਨਾਲ ਪੁੱਤ ਦੇ ਲਈ ਬਹੁਤ ਸੌਖੀ ਚੀਜ਼ ਆ ਇਹ ਉੱਥੋਂ ਲਿਆ ਕੇ ਫੰਡ ਮਕਾਨ ਬਣਾ ਸਕਦਾ। ਇੱਥੇ ਦੇ ਮੇਅਰ MLA, ਕਿਉਂਕਿ MLA ਆ, ਉਹਦੇ ਅੰਡਰ ਹੀ ਸਾਰੀਆਂ ਪੰਚਾਇਤਾਂ ਹੁੰਦੀਆਂ, ਕੌਂਸਲਰ ਉਹਦੇ ਅੰਡਰ ਹੁੰਦੇ ਨੇ, ਉਸ ਜ਼ਮੀਨ ਦਾ ਮਾਲਕਦਾਰ ਹੁੰਦਾ। ਕਿਉਂਕਿ ਇਹ ਕੋਈ ਨਜਾਇਜ਼ ਕਬਜ਼ਾ ਨਹੀਂ ਦੇਣ ਲੱਗੇ। ਇਹ ਜਿਹੜੀ ਸਾਡੀ ਰਿਹਾਇਸ਼ ਆ, ਇਹਨੂੰ ਕਲੋਨੀ ਤੌਰ 'ਤੇ ਉਹ ਦੇ ਸਕਦੇ ਨੇ ਕੱਢ ਕੇ, ਕਿਉਂਕਿ ਪਹਿਲਾਂ ਵੀ ਕੱਢੀ ਹੋਈ ਆ। ਇਹ ਕਿਹੜੀ ਕੋਈ ਨਵੀਂ ਗੱਲ ਆ? ਇੱਥੇ ਇੰਨੀਆਂ ਪੀੜ੍ਹੀਆਂ ਨਿਕਲ ਚੁੱਕੀਆਂ ਨੇ, ਤੇ ਉਹਦੇ ਲਈ ਸੌਖੀ ਗੱਲ ਆ। ਉਹ ਕਲੋਨੀ ਕੱਢੇ ਉੱਥੋਂ, ਤੇ ਪੈਸਾ ਚੱਕੇ ਬਚੜਦਾ ਗੁਰੂ ਘਰ ਤੋਂ, ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਗੁਲਕ ਬਣਾਈ ਗਈ ਸੀ ਉਹ ਗਰੀਬਾਂ ਲਈ ਬਣਾਈ ਗਈ ਸੀ। ਇਹਦਾ ਬਜਟ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਂਦਾ, ਉਹ ਕੀਤਾ ਜਾਂਦਾ। ਉਹਦੇ ਨਾਲ ਇਸ ਮਕਾਨ ਤੇ ਪ੍ਰੋਪਰ ਗਲੀਆਂ ਉਹ ਤਰੀਕੇ ਕਲੋਨੀ ਦੇ ਹਿਸਾਬ ਨਾਲ ਹੋ ਸਕਦੀਆਂ ਨੇ। ਤੇ ਦੂਜੇ ਪਾਸੇ ਆਪਣੇ ਬੀਬੀ ਬਿੱਟੀ, ਉਹ ਇੱਥੇ ਹਲਕੇ ਦੀ ਇੰਚਾਰਜ ਨੇ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਕਿਉਂਕਿ ਇੱਥੇ ਹਲਕਾ ਇੰਚਾਰਜ ਨੇ ਤੇ ਸਰਕਾਰ ਉਹਨਾਂ ਦੀ ਆ, ਕਾਂਗਰਸ ਦੀ। ਤੇ ਜੇ ਉਹਨਾਂ ਨੇ ਕਿਹਾ ਵੀ, ਸਰਕਾਰ ਨੇ ਪਿੱਛੇ ਜੇ ਵੀ ਜਿਹੜੇ 25 ਤੋਂ 30 ਸਾਲ ਬਸਿੰਦੇ ਨੇ ਉਹ ਪੱਕੇ ਕੀਤੇ ਜਾਣ, ਤਾਂ ਮੇਰੇ ਖਿਆਲ ਨਾਲ ਉਹਨਾਂ ਦੇ ਹੱਥ 'ਚ ਕਲਮ ਆ ਸਰਕਾਰ ਦੀ। ਉਹ ਮਿੰਟ ਦੇ ਵਿੱਚ ਚਿੱਠੀ ਪਾ ਕੇ ਇਹਨੂੰ ਪੱਕਾ ਕਰ ਸਕਦੀ ਆ। ਅਥਾਰਟੀਆਂ ਹੈਗੀਆਂ ਨੇ, ਪਰ ਉਹਨਾਂ ਨੂੰ ਵਰਤਦੇ ਨਹੀਂ। ਆਉਣਾ ਉਹਨਾਂ ਨੇ ਕਿਦੋਂ ਆ? ਜਦੋਂ ਇੱਥੇ ਚੋਣ ਜ਼ਬਤ ਲੱਗ ਜਾਣੀ ਆ। ਚੋਣ ਜ਼ਬਤ ਆਉਣਗੇ ਤਾਂ ਅਸੀਂ ਕੰਮ ਦੱਸਾਂਗੇ। ਉਹਨਾਂ ਨੇ ਪਤਾ ਕੀ ਕਹਿਣਾ, ਭਾਈ ਚੋਣ ਜ਼ਬਤ ਲੱਗਿਆ ਹੋਇਆ ਵੋਟਾਂ ਤੋਂ ਬਾਅਦ। ਜਦੋਂ ਵੋਟਾਂ ਤੋਂ ਬਾਅਦ ਜਿੱਤ ਗਿਆ, ਵੈਸੇ ਨਹੀਂ ਉਹਨੇ ਸ਼ਕਲ ਦੇ। ਇਹ ਲੋਲੀਪੌਪ ਤੇ ਪੱਕਾ ਨਾ, ਇਹ ਲੋਲੀਪੌਪ ਪੱਕਾ ਹੈਗਾ। ਜਦੋਂ ਕੰਮ ਤੋਂ ਮੁਨਕਰ ਹੋਣਾ ਹੋਵੇ, ਕੰਮ ਨਾ ਕਰਾਉਣੇ ਹੋਣ, ਤਾਂ ਚੋਣ ਜ਼ਾਬਤੇ ਦਾ ਨਾਂ ਵਰਤ ਲਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਵੀ ਵੋਟਾਂ ਤੋਂ ਬਾਅਦ ਦੇ ਵਿੱਚ ਤੁਹਾਡੇ ਕੰਮ ਕੀਤੇ ਜਾਣਗੇ, ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਦੇਖੋ, ਅੱਜ ਅਸੀਂ ਵੀ ਉਹੀ ਹਿਸਾਬ ਨਾਲ ਚੱਲਦੇ ਹਾਂ ਜਿੱਦਾਂ ਉਹ ਚੱਲਦੇ ਨੇ। ਅੱਜ ਅਸੀਂ ਮੀਡੀਆ ਦੇ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ। ਸ਼ਾਇਦ ਜਿਹੜੇ ਸਾਡੇ ਹਲਕੇ ਦੇ ਮੂੰਹਦਵਾਰ ਬੰਦੇ, ਜੋ ਚਾਹੇ MLA ਦੇ ਇਲੈਕਸ਼ਨ ਲੜਦੇ ਨੇ
ਜਾਂ ਉਹ MP ਦੇ ਲੜਦੇ ਨੇ, ਜਾਂ ਕੌਂਸਲਰ ਦੇ ਲੜਦੇ ਨੇ, ਜਾਂ ਮੇਅਰ ਦੇ ਲੜਦੇ ਨੇ। ਤੇ ਉਹਨਾਂ ਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਵੀ ਅੱਜ ਜਿਹੜਾ ਚੋਣ ਜ਼ਾਬਤਾ ਨਹੀਂ ਲੱਗਿਆ ਹੋਇਆ, ਅੱਜ ਖੁੱਲ੍ਹਾ ਟਾਈਮ ਆ ਤੁਹਾਡੇ ਕੋਲੇ, 3 ਮਹੀਨੇ ਦਿੱਤੇ ਆ, ਦੇਖਾਂਗੇ ਕਿਹਦੇ ਵਿੱਚ ਇਹ ਪਾਵਰ ਆ ਜਿਹੜੀ ਸਾਡੀਆਂ ਗੱਲਾਂ ਤੇ ਖਰਾ ਉਤਰੂਗਾ ਤੇ ਅਸੀਂ ਉਹਨੂੰ ਮੰਨਾਂਗੇ ਵੀ ਉਹ ਇੱਥੇ ਹਲਕੇ ਦਾ ਇੱਕ ਸੇਵਾਦਾਰ ਆ, ਸੱਚਾ ਸੇਵਾਦਾਰ ਉਹ ਆ, ਉਹਨੂੰ ਵੋਟ ਪੈਣੀ ਆ। ਅਸੀਂ ਉਹ ਟੌਫੀਆਂ ਹੁਣ ਨਹੀਂ ਚੁੱਸਣੀਆਂ, ਬਥੇਰੀਆਂ ਚੂਸ ਲੀਆਂ। ਇਸ ਕਰਕੇ ਅਸੀਂ ਸ਼ਾਂਤ ਨਹੀਂ ਬੈਠਾਂਗੇ ਜਦੋਂ ਤੱਕ ਇਹ ਕੰਮ ਚੱਲੂਗਾ। ਜਦੋਂ ਚੋਣ ਜ਼ਾਬਤ ਲੱਗ ਗਿਆ ਫਿਰ ਉਹਦੇ ਰੰਗ ਅਸੀਂ ਵੀ ਦਿਖਾਵਾਂਗੇ। ਇਸ ਕਰਕੇ ਅਸੀਂ ਕਾਫੀ ਚੀਜ਼ਾਂ ਲਈ ਬੈਠੇ ਹਾਂ ਤੇ ਮੈਂ ਫਿਰ ਤੋਂ ਅਪੀਲ ਕਰਾਂਗਾ, ਬਿੱਟੀ ਸਾਹਿਬ ਦੇ ਕੋਲੇ ਪੂਰੇ ਪੰਜਾਬ ਦੀ ਪਾਵਰ ਆ ਇਸ ਟਾਈਮ, ਕਿਉਂਕਿ ਸਰਕਾਰ ਉਹਨਾਂ ਦੀ ਆ, ਸਰਕਾਰ ਦਾ ਕਿਹਾ ਹੋਇਆ ਉਹਨਾਂ ਦਾ। ਜੇ ਉਹ ਕੁਝ ਰੱਖਦੇ ਆ, ਕੁਝ ਕਰਨ ਦੀ ਹਿੰਮਤ, ਤਾਂ ਉਹ ਆਪਣੀ ਕਲਮ ਦੇ ਰਾਹੀਂ ਇੱਥੇ ਕਰ ਸਕਦੇ ਆ, ਕਿਉਂਕਿ ਪੰਜਾਬ ਸਰਕਾਰ ਨੇ ਖੁਦ ਐਲਾਨ ਕੀਤਾ ਸੀ ਜਿਹੜੇ 25 ਤੋਂ 30 ਸਾਲ ਬੈਠੇ ਨੁਮਾਇੰਦੇ ਨੇ ਉਹ ਇਹਨੂੰ ਕਰ ਸਕਦੇ ਆ। ਤੇ ਜਿਵੇਂ ਆਪਣੇ MLA ਸਾਹਿਬ ਨੇ ਢਿੱਲੋਂ ਸਾਹਿਬ, ਉਹ ਮਾਂ ਪੁੱਤ ਦਾ ਰਿਸ਼ਤਾ ਨਿਭਾਉਣ, ਪੁੱਤ ਬਣ ਕੇ ਉੱਥੋਂ ਪੈਸਾ ਲਿਆ ਕੇ ਸਭ ਕੁਝ ਕਰ ਸਕਦੇ ਆ। ਤੇ ਜਿਵੇਂ ਪਿੱਛੇ ਜੇ ਵੀਰ ਨੇ ਦੱਸਿਆ ਸੀ ਘਰ ਟੁੱਟ ਗਏ ਸੀ, ਉਦੋਂ ਇੱਥੇ ਤੱਕ ਨੌਬਤ ਆ ਗਈ ਸੀ, 6-7 ਦਿਨ ਮੀਂਹ ਪਿਆ ਸੀ, ਸਾਡੇ ਬੈੱਡ ਟੁੱਟ ਚੁੱਕੇ ਸੀ, ਸਿਰ ਤੇ ਤਰਪਾਲਾਂ ਟੈਸ ਨੈਸ ਹੋ ਚੁੱਕੀਆਂ ਸੀ ਤੇ ਸਿੱਖ ਮਸ਼ੀਨਰੀ ਵਾਲੇ ਤਰਪਾਲ ਹੋਰ ਕਈ ਮਦਦ ਕਰਕੇ ਗਏ। ਤੇ ਉਦੋਂ ਬਾਅਦ ਜਦੋਂ ਸਾਡਾ ਰਹਿਣ ਬਸੈਣਾ ਥੱਲੇ ਨਹੀਂ ਹੋਇਆ ਤੇ ਮਾਤਾ ਗੁਜਰੀ ਵਾਲਿਆਂ ਨੇ 52 ਮੰਜੇ ਭੇਜੇ ਸੀ। ਸਾਨੂੰ ਇੱਥੇ ਤੱਕ ਅਫਸਰਾਂ ਦੇ ਚੱਕਰ ਲਾਉਣੇ ਸ਼ੁਰੂ ਕਰਤੇ, ਛੋਟੇ ਤੋਂ ਲੈ ਕੇ ਵੱਡੇ ਤੱਕ 6-7 ਦਿਨ ਘੁੰਮੇ। ਰੋਜ਼ ਦੇ ਕਮਾਉਣ ਵਾਲੇ ਤੇ ਰੋਜ਼ ਦੇ ਖਾਣ ਵਾਲੇ ਗੁਰੂ ਸਾਹਿਬ ਨੇ ਸਾਨੂੰ ਇੱਕ ਚੀਜ਼ ਦਿੱਤੀ ਆ, ਉਹ ਆ ਸਾਡੀ ਕਿਰਤ ਕਮਾਈ, ਉਹ ਛੱਡਣੀ ਨਹੀਂ। ਉਹ ਕਿਰਤ ਕਮਾਈ ਦੇ ਨਾਲ ਜਿਹੜੇ 6-7 ਦਿਨ ਸਾਡੀ ਛੱਡੀ ਗਈ ਤਾਂ ਘਰ ਦਾ ਗੁਜ਼ਾਰਾ ਔਖਾ ਹੋ ਗਿਆ। ਉਦੋਂ ਚਲੋ ਉਹਨਾਂ ਨੇ ਆਟਾ ਵੀ ਜਿਹੜਾ ਭੇਜਣਾ ਸੀ ਭੇਜਿਆ, ਹੋਰ ਵੀ ਕਈ ਤੇ 52 ਮੰਜੇ ਭੇਜਤੇ ਸੀ। ਬਾਲਣ ਸਾਡਾ ਗਿੱਲਾ ਹੋ ਗਿਆ ਸੀ, ਤੁਸੀਂ ਹੁਣ ਮਗਰ ਗਏ ਸੀ ਨਾ, ਸਾਰਾ ਬਾਲਣ ਪਿਆ ਸੀ। ਬਾਲਣ ਗਿੱਲਾ ਹੋਣ ਦੇ ਨਾਲ ਸਿਲੰਡਰਾਂ ਦੀ ਮਦਦ ਆਈ। ਦਾਨੀ ਸੱਜਣ ਤਾਂ ਇੱਦਾਂ ਦੇ ਬੈਠੇ ਨੇ, ਉਹ ਹਰ ਕੁਛ ਚੀਜ਼ ਬਣਾਉਣ ਨੂੰ ਤਿਆਰ ਬੈਠੇ ਆ, ਪਰ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਉਹ ਕੰਮ ਕਰਨ ਨੂੰ ਤਿਆਰ ਨਹੀਂ। ਉਹ ਸਿਰਫ ਇੱਕ ਚੀਜ਼ ਦੇਖਦੀ ਆ, ਕਰੋੜਾਂ ਦੀ ਪ੍ਰਾਪਰਟੀ ਆ, ਹੜਪ ਲਈਏ। ਜੇ ਵੀਰੋ ਤੁਹਾਡੇ ਦੇ ਵਿੱਚ ਜ਼ਮੀਰ ਜਾਗਦੀ ਆ ਤਾਂ ਇੱਥੇ ਦਾ ਜਿਹੜਾ ਇਹ ਬਸਿੰਦਾ ਸਹੀ ਕਰੋ। ਪਰਦੇਸੀ ਲੋਕਾਂ ਦੀ ਵੀ ਲੋਕ ਸਾਰ ਲੈ ਲੈਂਦੇ ਆ, ਅਸੀਂ ਤਾਂ ਇੱਥੇ ਦੇ ਬਸੇ ਹੋਏ ਆ। ਸਾਡੀਆਂ ਇੱਥੇ ਤੱਕ ਸਾਡੇ ਬਾਪੂ ਦੀਆਂ ਚਿੱਟੀਆਂ ਡਾੜੀਆਂ ਹੋ ਕੇ ਇੱਥੋਂ ਕਈ ਤਾਂ ਸ਼ਮਸ਼ਾਨ ਘਾਟ ਵੀ ਪਹੁੰਚ ਗਏ ਨੇ। ਅੱਗੇ ਬੱਚੀ ਫੇਰ ਪੀੜੀ ਤਿਆਰ ਹੋ ਰਹੀ ਆ, ਅਨਪੜ੍ਹਤਾ ਦੇ ਵਿੱਚ ਬੈਠੇ ਆ। ਕਿੱਥੇ ਇੰਨਾ ਬਜਟ ਨਿਕਲਦਾ, ਪੜ੍ਹਾਈ ਵੀ ਹੋ ਸਕਦੀ ਆ, ਸਭ ਕੁਝ ਹੋ ਸਕਦਾ, ਕਰਨ ਵਾਲਾ ਹੋਣਾ ਚਾਹੀਦਾ ਵਾ। ਬਜ਼ੁਰਗਾਂ ਦੀਆਂ ਚਿੱਟੀਆਂ ਦਾੜੀਆਂ ਹੋ ਗਈਆਂ ਨੇ, ਤੁਰ ਗਏ ਨੇ ਸੰਸਾਰ ਛੱਡ ਕੇ, ਅੱਗੇ ਬੱਚੇ ਨੇ, ਅੱਗੇ ਨੂੰ ਵੱਧਦੇ ਜਾ ਰਹੇ ਨੇ, ਪੜ੍ਹਾਊਗਾ ਕੌਣ? ਹੋਰ ਬਾਪੂ ਜੀ ਨਾਲ ਨੇ। ਪ੍ਰਧਾਨ ਸਾਹਿਬ ਜੀ, ਤੁਸੀਂ ਇੱਥੇ ਰਹਿੰਦੇ ਹੋ, ਅਸੀਂ ਵੇਖਿਆ ਵੀ ਕੱਚੇ ਮਕਾਨ ਨੇ, ਇਹਨਾਂ ਤੇ ਵੀ ਬਲਡੋਜ਼ਰ ਚੱਲ ਜਾਂਦਾ ਹੈ ਤੇ ਦੂਸਰੇ ਪਾਸੇ ਗੁਰਦੁਆਰਿਆਂ ਦੇ ਉੱਪਰ ਸੋਨਾ ਵੀ ਮੜਿਆ ਜਾ ਰਿਹਾ ਹੈ। ਮੈਂ ਤਾਂ ਮੜਿਆ ਲਫ਼ਜ਼ ਵਰਤੂੰਗਾ, ਬਕਾਇਦਾ ਸੰਗਮਰਮਰ ਲਵਾਇਆ ਜਾ ਰਿਹਾ ਹੈ। ਕਿੱਦਾਂ ਦੀਆਂ ਜਿਹੜੀਆਂ ਨੇ ਫਾਲਤੂ ਖਰਚੇ ਕੀਤੇ ਜਾ ਰਹੇ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ, ਜਿਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਹੈ, ਜਦੋਂ ਕੌਮ ਦੇ ਵਾਰਸ ਇੰਨੀ ਮੰਦੀ ਹਾਲਤ ਦੇ ਵਿੱਚ ਗੁਜ਼ਾਰਾ ਕਰ ਰਹੇ ਹੋਣ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਮੀਦ ਹੈ ਕੋਈ ਬੀਬੀ ਜਗੀਰ ਕੌਰ ਜੀ ਆਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਤੁਹਾਡਾ ਹੱਥ ਫੜਨਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਗਈ ਸਿੱਖਾਂ ਦੀ ਗੱਲ, ਮੈਂ ਤਾਂ ਇਸ ਗੱਲ ਨੂੰ ਦੁਹਰਾਉਂਦਾ ਹੀ ਨਹੀਂ ਹੈਗਾ। ਬਥੇਰਾ ਗੁਰਦੁਆਰਿਆਂ ਦੇ ਵਿੱਚ ਰੁਪਈਆ ਪੈਸਾ ਧੇਲਾ ਬਹੁਤ ਅਸੀਂ ਕਈ ਵਾਰ ਮੀਡੀਆ ਦੇ ਵਿੱਚ ਪਾਇਆ, ਦਿੱਕਤਾਂ ਆਈਆਂ ਸਾਨੂੰ। ਲੇਕਿਨ ਜਦੋਂ ਵੀ ਸਾਡੇ ਨਾਲ ਜ਼ੁਲਮ ਹੁੰਦਾ, ਉਹ ਜਿੱਦਾਂ ਕਹਿੰਦੇ ਨੇ ਸਰਦਾਰ ਨੂੰ ਨਾ ਹਾਰੇ, ਸਰਦਾਰ ਕਦੇ ਨਾ ਹਾਰੇ। ਉਹਦੇ ਵਿੱਚ ਕੀ ਹੋਇਆ, ਬਾਦਲ ਦੀ ਸਰਕਾਰ ਆਈ, 2 ਵਾਰ ਬਾਦਲ ਦੀ ਸਰਕਾਰ ਬਣਾਉਣ ਤੋਂ ਬਾਵਜੂਦ ਵੀ ਸਾਡੇ ਦੋਨੇ ਵਾਰ ਬਲਡੋਜ਼ਰ ਸਾਡੇ ਕਲੋਨੀ ਦੇ ਉੱਪਰ ਫਿਰਿਆ। ਤਾਂ ਅਸੀਂ ਤਾਂ ਇਹੀ ਜਾਣਦੇ ਹਾਂ ਵੀ ਜੋ ਕੁਝ ਕਰਾਉਂਦੀ ਹੈ ਸਰਕਾਰਾਂ ਹੀ ਕਰਾਉਂਦੀਆਂ, ਆਮ ਬੰਦੇ ਦਾ ਹਿੰਮਤ ਹੈ ਨਹੀਂ ਕਰਾਉਣ ਦੀ। ਠੀਕ ਹੈ ਜੀ। ਬਾਕੀ ਜਿਹੜੇ ਸੁਣਦੇ ਗਿਣਦੇ ਰਹਿਣ ਭੈਣ ਭਰਾ, ਆਪਣੇ ਸਿੱਖ ਭਰਾ, ਵੀ ਜਿੰਨੀ ਕੁ ਮਦਦ ਸਾਡੀ ਹੋ ਸਕਦੀ ਹੈ ਉਨੀ ਕੁ ਸਾਡੀ ਮਦਦ ਕਰੋ। ਅਰੇ ਜ਼ਮੀਨ ਸਾਨੂੰ 60-70 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਕਈ ਪੀੜ੍ਹੀਆਂ ਸਾਡੀਆਂ ਇੱਥੇ ਗੁਜ਼ਰ ਚੁੱਕੀਆਂ ਨੇ, ਹੈ ਕਿ ਨਹੀਂ? ਸਾਡੇ ਤਾਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ ਸਾਡੇ ਮਕਾਨ ਟੁੱਟ ਜਾਣਗੇ, ਹੈ ਕਿ ਨਹੀਂ? ਇਹ ਮਕਾਨ ਸਰਕਾਰ ਵੱਲੋਂ ਵੀ ਟੁੱਟੇ ਨੇ, ਹੈ ਕਿ ਨਹੀਂ? ਵਿੱਚ ਕੋਈ ਅਫਸਰ ਆ ਕੇ ਲੱਗ ਜਾਂਦਾ, ਉਹ ਆ ਕੇ ਬਲਡੋਜ਼ਰ ਮਾਰ ਕੇ ਚਲੇ ਜਾਂਦਾ। ਬਾਅਦ 'ਚ ਫਿਰ ਮੇਅਰ ਨੂੰ ਪੁੱਛਦੇ ਆ, ਮੇਅਰ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ। ਫਿਰ ਕਮਿਸ਼ਨਰ ਸਾਹਿਬ ਨੂੰ ਗਏ ਅਸੀਂ ਉਹਦੇ ਕੋਲੇ, ਵੇ ਕੀ ਹੋਇਆ? ਹੁਣ ਤਾਂ ਇਲੈਕਸ਼ਨ ਦਾ ਟਾਈਮ ਹੈ, ਮਕਾਨ ਤਾਂ ਟੁੱਟਣੇ ਨਹੀਂ ਚਾਹੀਦੇ। ਕਹਿੰਦਾ ਮੈਂ ਤਾਂ ਬੰਦਾ ਹੀ ਨਹੀਂ ਭੇਜੇ। ਫਿਰ ਗੋੜਵਲੀਆ ਸਾਹਿਬ ਮੇਅਰ ਸੀ ਅਕਾਲੀ ਦਲ ਵੱਲੋਂ, ਉਹਦੇ ਕੋਲੇ ਗਏ, ਕਹਿੰਦਾ ਮੈਨੂੰ ਤਾਂ ਕੋਈ ਪੁੱਛਦਾ ਕੋਈ ਨਹੀਂ ਹੈਗਾ। ਇਹ ਉਹਨਾਂ ਤੋਂ ਜਵਾਬ ਸਾਨੂੰ ਮਿਲਿਆ, ਹਾਰ ਕੇ ਫਿਰ ਅਸੀਂ ਆਪਣੇ ਘਰਾਂ ਨੂੰ ਬੈਠ ਗਏ। ਹੁਣ ਅਸੀਂ ਜਾਣਾ ਆਉਣਾ ਬੰਦ ਕੀਤਾ ਹੋਇਆ ਲੀਡਰਾਂ ਕੋਲੇ। ਲੀਡਰ ਵੀ ਆਉਂਦੇ ਆ, ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਆ। ਇੱਕ ਪਾਣੀ ਦੀ ਟੂਟੀ ਨਹੀਂ ਲੱਗੀ ਹੈਗੀ 70 ਸਾਲਾਂ ਤੋਂ ਲੀਡਰਾਂ ਕੋਲੇ ਇਸ ਕਲੋਨੀ ਦੇ ਵਿੱਚ। ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਲੈਕਸ਼ਨ ਆਉਣ ਵਾਲੇ ਆ,
ਹੈ ਕਿ ਨਹੀਂ। ਕੋਈ ਸਾਡੇ ਬਾਰੇ MLA ਸਾਹਿਬ ਨੂੰ ਵੀ ਹੱਥ ਬੈਨ ਕੇ ਬੇਨਤੀ ਕਰਦੇ ਵੀ ਸਾਡੀ ਕਲੋਨੀ ਦਾ ਸਾਰ ਕੋਈ ਮਾੜੀ ਮੋਟੀ ਕੋਈ ਲੋਰ ਰੁਪਈਏ 10 ਪੈਸੇ ਹੀ ਲਓ, ਹੈ ਕਿ ਨਹੀਂ। ਕੌਂਸਲਰ ਸਾਹਿਬ ਨੂੰ ਵੀ ਕਹਿੰਦੇ ਆ ਵੀ ਸਾਡੇ ਗਲੀਆਂ ਨਾਲੀਆਂ ਪੱਕੀਆਂ ਹੁੰਦੀਆਂ ਹੋ ਜਾਣ, ਹੈ ਕਿ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੁਸੀਬਤਾਂ ਨੇ, ਮੁਸੀਬਤਾਂ ਦੇ ਨਾਲ ਫਿਰ ਵੀ ਵਿਚਾਰੇ ਨਜਿੱਠ ਰਹੇ ਨੇ। ਤੁਸੀਂ ਇੱਕ ਗੱਲ ਸੋਚ ਕੇ ਦੇਖੋ, ਉਹ ਕੌਮ ਕਿਵੇਂ ਤਰੱਕੀ ਕਰ ਲੇਗੀ ਅੱਗੇ, ਜਿਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ ਅੱਗੇ ਨਹੀਂ ਆ ਸਕਦੇ, ਜਿਨ੍ਹਾਂ ਨੂੰ ਅਸੀਂ ਸੰਭਾਲਿਆ ਨਹੀਂ ਹੈ, ਜਿਨ੍ਹਾਂ ਦੇ ਲਈ ਅਸੀਂ ਆਪਣੇ ਫਰਜ਼ ਨਹੀਂ ਨਿਭਾਏ। ਸਿੱਖ ਸੇਵੀ ਸੰਸਥਾਵਾਂ ਜੇ ਆਪਾਂ ਗੱਲ ਕਰੀਏ ਜਿਹੜੀਆਂ ਸਮਾਜ ਦੇ ਵਿੱਚ ਸੇਵਾ ਕਰਦੀਆਂ ਨੇ, ਜੇ ਇਕੱਲੇ ਸਿੱਖੀ ਦੀ ਗੱਲ ਕਰੀਏ ਉਹਨਾਂ ਨੂੰ ਵੀ ਸੰਭਾਲਣਾ ਚਾਹੀਦਾ ਹੈ। SGPC ਦੀ ਗੱਲ ਕਰਦੇ ਹਾਂ, SGPC ਨੂੰ ਕੀ ਇਹ ਸਾਰਾ ਸਿਸਟਮ ਦਿਖਦਾ ਨਹੀਂ? ਪੰਜਾਬ ਦੀ ਧਰਤੀ ਦੇ ਉੱਪਰ ਕਿੱਥੇ ਕਿੱਥੇ ਇਹ ਸਿਕਲੀਗਰ ਵੀਰ ਬੈਠੇ ਨੇ, ਕੀ ਉਹਨਾਂ ਨੂੰ ਇਹ ਸਿਸਟਮ ਦਿਖਦਾ ਨਹੀਂ ਵੀ ਉਸ ਬੱਚੇ ਅੱਜ ਕਿੱਥੇ ਖੜੇ ਨੇ? ਇੰਨਾ ਸਿੱਖੀ ਨੂੰ ਸੰਭਾਲਿਆ ਹੋਇਆ ਹੈ, ਕੇਸ ਦਾੜੀ ਇਹ ਕਤਲ ਨਹੀਂ ਕਰਵਾਉਂਦੇ, ਆਪਣੀ ਕਿਰਤ ਕਰਕੇ ਖਾਂਦੇ ਨੇ। ਜੇ ਥੋੜਾ ਬਹੁਤ ਇਹਨਾਂ ਨੂੰ ਸਹਿਯੋਗ ਦਿੱਤਾ ਜਾਵੇ, ਇਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇ, ਇਹਨਾਂ ਦੀ ਕਿਰਤ ਨੂੰ ਹੋਰ ਵੱਡੇ ਲੈਵਲ ਦੇ ਉੱਪਰ ਕਿਸੇ ਢੰਗ ਦੇ ਨਾਲ ਪਹੁੰਚਾਇਆ ਜਾਵੇ। ਇਹ ਵਿਚਾਰੇ ਮਿਹਨਤ ਕਰਦੇ ਨੇ, ਇਹਨਾਂ ਦੇ ਹੱਥ ਫੜੇ ਜਾਣ, ਇਹਨਾਂ ਨੂੰ ਕੁਝ ਕਿਰਤ ਸਿਖਾਈ ਜਾਵੇ, ਕੁਝ ਹੋਰ ਅੱਗੇ ਵਧਾਇਆ ਜਾਵੇ ਤਾਂ ਬੜਾ ਕੁਝ ਹੋ ਸਕਦਾ ਹੈ। ਤਸਵੀਰਾਂ ਨਾਲ ਦੀ ਨਾਲ ਤੁਸੀਂ ਦੇਖ ਚੁੱਕੇ ਹੋ, ਟੱਠੇ ਹੋਏ ਮਕਾਨ ਕਿਵੇਂ ਰਹਿੰਦੇ ਨੇ, ਕਿਵੇਂ ਇਹਨਾਂ ਤੇ ਬਲਡੋਜ਼ਰ ਚੱਲਦੇ ਨੇ, ਕਿਵੇਂ ਇਹਨਾਂ ਦੇ ਬੱਚੇ ਪੜ੍ਹ ਲਿਖ ਕੇ ਅੱਗੇ ਆ ਜਾਣ ਜਦੋਂ ਤੁਸੀਂ ਪੜਾਉਣਾ ਹੀ ਨਹੀਂ ਚਾਹੁੰਦੇ। ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੇ ਅਸੀਂ ਫਾਲਤੂ ਖਰਚਾ ਕਰ ਦਿੰਦੇ ਆ, ਉਹ ਤੁਸੀਂ ਜਾਣਦੇ ਹੋ। ਸ਼ਾਇਦ ਸਾਡੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋ ਵੀ ਅਸੀਂ ਉਹ ਖਰਚਾ ਜ਼ਿਆਦਾ ਕਿੱਥੇ ਕਰ ਦਿੰਦੇ ਆ। ਲੋੜ ਹੈ ਇਹਨਾਂ ਨੂੰ ਸੰਭਾਲਣ ਦੀ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ, ਪੁੱਛਾਂਗੇ ਇਹਨਾਂ ਤੋਂ ਹੋਰ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਤਸਵੀਰਾਂ ਵੀ ਤੁਹਾਨੂੰ ਪੰਜਾਬ ਦੇ ਇਲਾਕੇ ਦੀਆਂ ਦਿਖਾਵਾਂਗੇ ਜਿੱਥੇ ਸਿਕਲੀਗਰ ਵੀਰ ਰਹਿੰਦੇ ਨੇ। ਜੁੜੇ ਰਹੋ ਸਾਡੇ ਨਾਲ ਸੁਰਖਾਬ TV ਤੇ। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।